Dear students, ਅੰਤਰਰਾਸ਼ਟਰੀ ਰਾਜਨੀਤੀ ਵਿੱਚ ਸ਼ੀਤ ਯੁੱਧ ਕਿਸ ਮਿਤੀ ਨੂੰ ਸ਼ੁਰੂ ਹੋਇਆ, ਕਿਸ ਮਿਤੀ ਨੂੰ ਸਮਾਪਤ ਹੋਇਆ, ਇਸ ਨੂੰ ਪੂਰੀ ਤਰ੍ਹਾਂ ਫਿਕਸ ਨਹੀਂ ਕੀਤਾ ਜਾ ਸਕਦਾ। ਬਹੁਤੇ ਵਿਦਵਾਨ ਅੰਤਰਰਾਸ਼ਟਰੀ ਰਾਜਨੀਤੀ ਦੇ ਇਸ ਤੱਥ ਨਾਲ ਸਹਿਮਤ ਹਨ ਕਿ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਸ਼ੀਤ ਯੁੱਧ 1947 ਵਿੱਚ ਸ਼ੁਰੂ ਹੋਇਆ ਤੇ 1991 ਤੱਕ ਚੱਲਦਾ ਰਿਹਾ। ਪਰੰਤੂ 1947 ਕੋਈ ਫਿਕਸ ਤਾਰੀਖ ਨਹੀਂ ਹੈ। ਉਸ ਤੋਂ ਪਹਿਲਾਂ ਵੀ ਸ਼ੀਤ ਯੁੱਧ ਦੀ ਤਿਆਰੀ ਸ਼ੁਰੂ ਹੋ ਗਈ ਸੀ। ਉਸ ਤੋਂ ਪਹਿਲਾਂ ਵੀ ਜਿਹੜੇ ਮਿੱਤਰ ਰਾਜ ਸੀ USA, UK, ਫਰਾਂਸ, USSR, ਇਹਨਾਂ ਦੇ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਉਹ ਤਰੇੜਾਂ ਕਿਸ ਕਾਰਨ ਪੈ ਰਹੀਆਂ ਸਨ, ਕੀ ਉਸ ਸਮੇਂ ਹੋਇਆ, ਇਸ ਦੇ ਵਿੱਚ ਅਸੀਂ ਇਸ ਲੈਕਚਰ ਦੇ ਵਿੱਚ ਅਸੀਂ ਅਧਿਐਨ ਕਰਾਂਗੇ ਕਿ ਸ਼ੀਤ ਯੁੱਧ ਦੀ ਤਿਆਰੀ ਪਹਿਲਾਂ ਕਿਵੇਂ ਸ਼ੁਰੂ ਹੋਈ। 1945 ਤੋਂ ਲੈ ਕੇ 1947 ਤੱਕ ਦੇ ਪੀਰੀਅਡ ਨੂੰ ਅਸੀਂ ਇੱਥੇ ਡਿਸਕਸ ਕਰਾਂਗੇ। ਪਹਿਲਾ ਸਟੈਪ ਕਿਹਾ ਜਾ ਸਕਦਾ ਹੈ ਸ਼ੀਤ ਯੁੱਧ ਦੀ ਤਿਆਰੀ ਦਾ 1945 ਤੋਂ ਜਿਹੜਾ 1947 ਤੱਕ ਜੋ ਘਟਨਾਵਾਂ ਹੋਈਆਂ, ਵਿਰੋਧੀ ਵਿਚਾਰਧਾਰਾਵਾਂ, ਕਨਫਲਿਕਟਿੰਗ ਆਈਡੀਓਲੋਜੀਜ਼। ਸੋਵੀਅਤ ਸੰਘ ਅਤੇ ਅਮਰੀਕਾ ਆਪੋ ਆਪਣੇ ਗਰੁੱਪਾਂ ਦੇ ਲੀਡਰ ਸੀ ਸ਼ੀਤ ਯੁੱਧ ਦੇ ਦੌਰਾਨ। ਇਹਨਾਂ ਦੀਆਂ ਵਿਚਾਰਧਾਰਾਵਾਂ ਇੱਕ ਦੂਸਰੇ ਦੀਆਂ ਕੱਟੜ ਵਿਰੋਧੀ ਸੀ, ਪੂਰੀ ਤਰ੍ਹਾਂ ਇੱਕ ਦੂਸਰੇ ਦੇ ਵਿਰੁੱਧ ਸੀ। ਸੋਵੀਅਤ ਸੰਘ ਆਪਣੀ ਜ਼ਿੰਮੇਵਾਰੀ ਸਮਝਦਾ ਸੀ ਕਿ ਅਸੀਂ ਪੂਰੇ ਵਿਸ਼ਵ ਦੇ ਵਿੱਚ ਸਾਮਵਾਦ ਨੂੰ ਫੈਲਾਉਣਾ ਹੈ। ਕੁਝ ਰਾਜਾਂ ਦੇ ਵਿੱਚ ਉਸਨੇ ਸਾਮਵਾਦ ਫੈਲਾ ਵੀ ਦਿੱਤਾ ਸੀ ਤੇ ਉਸ ਦੀ ਇਹ ਇੱਕ ਡਿਕਲੇਅਰਡ ਪਾਲਿਸੀ ਸੀ ਕਿ ਅਸੀਂ ਦੁਨੀਆ ਦੇ ਵੱਧ ਤੋਂ ਵੱਧ ਰਾਜਾਂ ਦੇ ਵਿੱਚ ਲਾਲ ਰੰਗ ਦਾ ਵਿਸਥਾਰ ਕਰਨਾ ਹੈ, ਸਾਮਵਾਦ ਦਾ ਵਿਸਥਾਰ ਕਰਨਾ ਹੈ। ਦੂਸਰੇ ਪਾਸੇ ਅਮਰੀਕਾ ਦੀ ਨੀਤੀ ਇਸ ਤੋਂ ਉਲਟ ਸੀ। ਅਮਰੀਕਾ ਦੀ ਨੀਤੀ ਸੀ ਕਿ ਸਾਮਵਾਦ ਨੂੰ ਕੰਟੇਨ ਕਰਕੇ ਰੱਖਣਾ ਹੈ, ਸਾਮਵਾਦ ਦੇ ਵਿਸਥਾਰ ਨੂੰ ਰੋਕਣਾ ਹੈ। ਇਸ ਤਰ੍ਹਾਂ ਜਿੱਥੇ USA ਦੀ ਪਾਲਿਸੀ, USA ਦੀ ਵਿਚਾਰਧਾਰਾ ਉਦਾਰਵਾਦੀ ਸੀ, ਉੱਥੇ ਹੀ USA ਦੀ ਵਿਚਾਰਧਾਰਾ ਸਾਮਵਾਦ ਨੂੰ ਸਪਸ਼ਟ ਤੌਰ ਤੇ ਰੋਕਣ ਵਾਲੀ ਸੀ, ਕੰਟੇਨ ਕਰਨ ਵਾਲੀ ਸੀ। ਇਸ ਤਰ੍ਹਾਂ ਦੋਨੇ ਜਿਹੜੇ ਗਰੁੱਪ ਲੀਡਰ ਸੀ ਉਹਨਾਂ ਦੀਆਂ ਵਿਚਾਰਧਾਰਾਵਾਂ ਇੱਕ ਦੂਸਰੇ ਦੀਆਂ ਕੱਟੜ ਵਿਰੋਧੀ ਸੀ। ਦੂਸਰਾ ਮੁੱਖ ਸਟੈਪ ਹੈ ਇਸ ਦਿਸ਼ਾ ਵੱਲ ਚਰਚਿਲ ਦਾ, ਜਿਹੜੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਹੇ ਸੀ ਯੁੱਧ ਦੇ ਦੌਰਾਨ, ਫੁਲਟਨ ਭਾਸ਼ਣ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ 5 ਮਾਰਚ 1946 ਨੂੰ ਇੱਕ ਭਾਸ਼ਣ ਦਿੰਦਿਆਂ ਕਿਹਾ ਸੀ ਕਿ ਮਿੱਤਰ ਰਾਜਾਂ ਨੇ ਬੜੀ ਮੁਸ਼ਕਲ ਦੇ ਨਾਲ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ, ਪਰੰਤੂ ਸੋਵੀਅਤ ਸੰਘ ਨੇ ਯੂਰਪ ਨੂੰ 2 ਹਿੱਸਿਆਂ ਦੇ ਵਿੱਚ ਵੰਡ ਕੇ ਵਿਚਾਲੇ ਲੋਹੇ ਦਾ ਪਰਦਾ ਖੜਾ ਕਰ ਦਿੱਤਾ ਹੈ। ਸੋਵੀਅਤ ਸੰਘ ਦੀਆਂ ਇਹਨਾਂ ਗਤੀਵਿਧੀਆਂ ਨੂੰ ਰੋਕਣ ਲਈ ਹੁਣ ਉਸ ਵਿਰੁੱਧ ਵੀ ਸੰਘਰਸ਼ ਦੀ ਜ਼ਰੂਰਤ ਪਵੇਗੀ। ਜਿੱਥੇ ਡੈਮੋਕ੍ਰੇਸੀ ਨੂੰ ਹਿਟਲਰ ਤੋਂ ਬਚਾਇਆ ਹੈ, ਮੁਸੋਲਿਨੀ ਤੋਂ ਬਚਾਇਆ ਹੈ, ਫਾਸ਼ੀਵਾਦੀ ਤਾਕਤਾਂ ਤੋਂ ਬਚਾਇਆ ਹੈ, ਇਸ ਤੋਂ ਬਾਅਦ ਡੈਮੋਕ੍ਰੇਸੀ ਨੂੰ, ਮਨੁੱਖੀ ਅਧਿਕਾਰਾਂ ਨੂੰ, ਮਨੁੱਖਤਾ ਨੂੰ ਸਾਮਵਾਦ ਤੋਂ ਬਚਾਉਣਾ ਪਵੇਗਾ। USSR ਦੀਆਂ ਜਿਹੜੀਆਂ ਵਿਸਤਾਰਵਾਦੀ ਨੀਤੀਆਂ ਨੇ ਉਹਨਾਂ ਤੋਂ ਬਚਾਉਣਾ ਪਵੇਗਾ। ਵਿੰਸਟਨ ਚਰਚਿਲ ਦੀਆਂ ਬੜੀਆਂ ਦੁਨੀਆ ਭਰ ਦੇ ਵਿੱਚ ਮਸ਼ਹੂਰ ਲਾਈਨਾਂ ਨੇ। ਇਹ 2-3 ਲਾਈਨਾਂ ਨੇ ਜਿਨ੍ਹਾਂ ਨੇ ਪੂਰਬ ਅਤੇ ਪੱਛਮ ਦੇ ਵਿੱਚ ਇੱਕ ਤਰ੍ਹਾਂ ਨਾਲ ਦੀਵਾਰ ਨੂੰ ਸਪਸ਼ਟ ਤੌਰ ਤੇ ਖੜਾ ਕੀਤਾ। ਉਹਨਾਂ ਨੇ ਕਿਹਾ ਸੀ, ਫਰਮ ਸਟੈਟਨ ਇਨ ਦੀ ਬਾਲਟਿਕ ਟੂ ਟ੍ਰਾਈਐਸਟੇ ਇਨ ਦੀ ਐਡਰੀਆਟਿਕ ਐਂਡ ਆਇਰਨ ਕਰਟਨ ਹੈਜ਼ ਡਿਸੈਂਡਡ ਅਕ੍ਰੋਸ ਦੀ ਕੰਟੀਨੈਂਟ। ਉਹਨਾਂ ਨੇ ਜਿਹੜੇ ਇਹ 2 ਸ਼ਬਦ ਵਰਤੇ ਨੇ, ਸਟੈਟਨ ਇਨ ਬਾਲਟਿਕ ਐਂਡ ਟ੍ਰਾਈਐਸਟੇ ਇਨ ਐਡਰੀਆਟਿਕ, ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਇਸ ਸਥਾਨ ਤੋਂ ਲੈ ਕੇ ਇਸ ਸਥਾਨ ਤੱਕ, ਟ੍ਰਾਈਐਸਟੇ ਤੱਕ, ਸਟੈਟਨ ਤੋਂ ਲੈ ਕੇ ਟ੍ਰਾਈਐਸਟੇ ਤੱਕ ਇੱਕ ਇਹ ਜਿਹੜਾ ਲਾਲ ਰੰਗ ਦਾ ਦਿਖਾਈ ਦੇ ਰਿਹਾ ਹੈ, ਇਹ ਲੋਹੇ ਦਾ ਪਰਦਾ ਖੜਾ ਕਰ ਦਿੱਤਾ ਹੈ USSR ਨੇ। ਇਸ ਦੇ ਪਰਲੇ ਪਾਸੇ, ਦੂਸਰੇ ਪਾਸੇ ਕੀ ਹੋ ਰਿਹਾ ਹੈ, ਕਿਸ ਤਰ੍ਹਾਂ ਦੀਆਂ ਸਰਕਾਰਾਂ ਬਣ ਰਹੀਆਂ ਹਨ, USSR ਦੀ ਮਰਜ਼ੀ ਨਾਲ ਬਣ ਰਹੀਆਂ ਹਨ ਜਾਂ ਲੋਕਾਂ ਦੀ ਸੁਤੰਤਰ ਇੱਛਾ ਨਾਲ ਬਣ ਰਹੀਆਂ ਹਨ, ਇਸ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ। ਭਾਵ USSR ਇੱਥੇ ਸਾਮਵਾਦੀ ਸਰਕਾਰਾਂ ਕਾਇਮ ਕਰਕੇ, ਆਪਣੀਆਂ ਕਠਪੁਤਲੀ ਸਰਕਾਰਾਂ ਕਾਇਮ ਕਰਕੇ ਲੋਕਾਂ ਦੀਆਂ ਸੁਤੰਤਰਤਾਵਾਂ ਦਾ, ਡੈਮੋਕ੍ਰੇਸੀ ਦਾ ਘਾਣ ਕਰ ਰਿਹਾ ਹੈ, ਪਰੰਤੂ ਲੋਹੇ ਦਾ ਪਰਦਾ ਵਿਚਾਲੇ ਹੋਣ ਕਰਕੇ ਸਾਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਯੂਰਪੀ ਮਹਾਂਦੀਪ ਦੇ ਪੂਰਬੀ ਪਾਸੇ ਦੇ ਵਿੱਚ ਕੀ ਹੋ ਰਿਹਾ ਹੈ। ਤੀਸਰਾ ਸਟੈਪ ਹੈ ਇਸ ਦਿਸ਼ਾ ਵਿੱਚ ਸੋਵੀਅਤ ਸੰਘ ਦੀ ਵਿਸਤਾਰਵਾਦੀ ਨੀਤੀ। ਦੂਸਰਾ ਵਿਸ਼ਵ ਯੁੱਧ ਖਤਮ ਹੋਣ ਤੋਂ ਬਾਅਦ ਸੋਵੀਅਤ ਸੰਘ ਨੇ ਯੂਰਪੀ ਰਾਜਾਂ ਦੇ ਵਿੱਚ, ਵਿਸ਼ੇਸ਼ ਕਰਕੇ ਜਿਹੜੇ ਪੂਰਬੀ ਯੂਰਪ ਦੇ ਰਾਜ ਨੇ, ਉਹਨਾਂ ਦੇ ਵਿੱਚ ਆਪਣੀਆਂ ਕਠਪੁਤਲੀ ਸਰਕਾਰਾਂ ਕਾਇਮ ਕਰਵਾਉਣ ਲਈ ਕਈ ਰਾਜਾਂ ਦੇ ਵਿੱਚ ਖਾਨਾ ਜੰਗੀ ਸ਼ੁਰੂ ਕਰਵਾ ਰੱਖੀ ਸੀ। ਜਿਹੜੇ ਲੋਕ ਲੋਕਤੰਤਰੀ ਸਰਕਾਰਾਂ ਦੇ ਖਿਲਾਫ ਲੜ ਰਹੇ ਸੀ, ਉਹਨਾਂ ਦੀ ਸਾਮਵਾਦੀ ਗੁਰੀਲਿਆਂ ਦੀ ਸਪੋਰਟ ਕਰ ਰਿਹਾ ਸੀ ਸੋਵੀਅਤ ਸੰਘ, ਅਤੇ ਫਿਰ ਇਸ ਖਾਨਾ ਜੰਗੀ ਦਾ ਲਾਭ ਲੈ ਕੇ ਉੱਥੇ ਆਪਣੀਆਂ ਕਠਪੁਤਲੀ ਸਰਕਾਰਾਂ ਸਥਾਪਿਤ ਕਰਕੇ ਆਪਣੀਆਂ ਜਿਹੜੀਆਂ ਨੀਤੀਆਂ ਨੇ ਇਹਨਾਂ ਰਾਜਾਂ ਦੇ ਵਿੱਚ, ਇਹਨਾਂ ਪੂਰਬੀ ਯੂਰਪ ਦੇ ਰਾਜਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਈਸਟ ਜਰਮਨੀ, ਪੋਲੈਂਡ, ਚੈਕੋਸਲੋਵਾਕੀਆ, ਹੰਗਰੀ, ਰੋਮਾਨੀਆ, ਬੁਲਗਾਰੀਆ ਆਦਿ ਸ਼ਾਮਲ ਨੇ, ਇਹਨਾਂ ਦੇ ਵਿੱਚ
ਆਪਣੀ ਇੱਛਾ ਦੀਆਂ ਨੀਤੀਆਂ ਲਾਗੂ ਕਰ ਰਿਹਾ ਸੀ, ਭਾਵ ਹੌਲੀ-ਹੌਲੀ ਸਾਮਵਾਦ ਦਾ ਵਿਸਥਾਰ ਕਰ ਰਿਹਾ ਸੀ। ਚੌਥਾ ਕਦਮ ਹੈ ਅਮਰੀਕਾ ਦੁਆਰਾ ਵਿਸ਼ਵ ਰਾਜਨੀਤੀ ਦੇ ਵਿੱਚ ਕਿਰਿਆਸ਼ੀਲ ਭਾਗ ਲੈਣਾ ਆਰੰਭ ਕਰਨਾ। ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਅਮਰੀਕਾ ਦੀ ਜਿਹੜੀ ਪਾਲਿਸੀ ਸੀ ਉਹ ਇਹ ਸੀ ਕਿ ਦੁਨੀਆ ਦੇ, ਕਿਉਂਕਿ ਅਮਰੀਕਾ ਮਹਾਂਦੀਪ ਤੇ ਪੈਂਦਾ ਹੈ, ਜਿਹੜਾ ਦੁਨੀਆ ਦੇ ਬਾਕੀ ਹਿੱਸੇ ਤੋਂ, ਵਿਸ਼ੇਸ਼ ਕਰਕੇ ਯੂਰਪ ਜਿਹੜਾ ਉਸ ਟਾਈਮ ਪਾਵਰ ਸੈਂਟਰ ਸੀ ਸੈਕੰਡ ਵਰਲਡ ਵਾਰ ਤੋਂ ਪਹਿਲਾਂ, ਉਸ ਨਾਲੋਂ ਕੱਟਿਆ ਹੋਇਆ ਸੀ। ਅਮਰੀਕਾ ਦੀ ਨੀਤੀ ਸੀ ਕਿ ਇਹਨਾਂ ਜਿਹੜੇ ਲੜਾਈਆਂ ਨੇ, ਸੰਘਰਸ਼ ਨੇ, ਅਸੀਂ ਇਹਨਾਂ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਨੀ ਹੈ ਅਤੇ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ। ਪਰੰਤੂ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਜਿਹੜੀਆਂ ਇਹ ਯੂਰਪੀਅਨ ਪਾਵਰਸ ਸੀ, ਇਹਨਾਂ ਦੀਆਂ ਕਲੋਨੀਆਂ ਆਜ਼ਾਦ ਹੋ ਗਈਆਂ। ਭਾਰਤ, ਏਸ਼ੀਆ ਦੇ ਵਿੱਚ ਅਫਰੀਕਾ ਦੇ ਜਿਹੜੇ ਰਾਜ ਸੀ ਉਹ ਵੀ ਸੁਤੰਤਰ ਹੋ ਗਏ। ਇਹਨਾਂ ਤੋਂ ਯੁੱਧ ਦੇ ਵਿੱਚ ਯੂਰਪੀ ਰਾਜਾਂ ਦਾ ਬਹੁਤ ਨੁਕਸਾਨ ਹੋਇਆ। ਭਾਵ ਜਿਹੜੀ ਯੂਰਪੀ ਰਾਜਾਂ ਦੀ ਸ਼ਕਤੀ ਸੀ, ਡੋਮੀਨੈਂਸ ਦੀ ਸ਼ਕਤੀ ਸੀ, ਕੈਪੈਸਿਟੀ ਸੀ, ਉਹ ਖਤਮ ਹੋ ਗਈ। ਇੱਕ ਸ਼ਕਤੀ ਦਾ ਖਲਾਅ ਪੈਦਾ ਹੋ ਗਿਆ। ਦੂਜੇ ਪਾਸੇ USSR ਦੀ ਪਾਵਰ ਆ ਜਿਹੜੀ ਉਹ ਐਕਸਪੈਂਡ ਹੁੰਦੀ ਜਾ ਰਹੀ ਸੀ, ਵੱਧਦੀ ਜਾ ਰਹੀ ਸੀ। ਇਸ ਐਕਸਪੈਂਸ਼ਨ ਨੂੰ ਰੋਕਣ ਦੀ ਕੈਪੈਸਿਟੀ ਵਿੱਚ ਨਹੀਂ ਰਹੇ ਸੀ ਯੂਰਪੀ ਰਾਜ। ਇਸ ਲਈ ਫਿਰ ਅਮਰੀਕਾ ਨੇ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਵਿਸ਼ਵ ਰਾਜਨੀਤੀ ਦੇ ਵਿੱਚ ਐਕਟਿਵ ਤੌਰ ਤੇ ਪਾਰਟਿਸਿਪੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਮਵਾਦ ਦੇ ਵਿਸਥਾਰ ਨੂੰ ਰੋਕਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਇਸ ਨਾਲ ਜਿਹੜਾ USA ਅਤੇ USSR ਨੇ ਉਹ ਇੱਕ ਦੂਸਰੇ ਦੇ ਵਿਰੋਧ ਤੇ ਖੜੇ ਹੋ ਗਏ। ਅਮਰੀਕਾ ਦੀ ਜਿਹੜੀ ਐਕਟਿਵ ਪਾਰਟਿਸਿਪੇਸ਼ਨ ਦੀ ਨੀਤੀ ਸੀ, ਇਸ ਦਾ ਰਸਮੀ ਤੌਰ ਤੇ ਸ਼ੁਰੂਆਤ ਹੋਈ ਟਰੂਮੈਨ ਸਿਧਾਂਤ ਨਾਲ। ਅਮਰੀਕਾ ਦੇ ਰਾਸ਼ਟਰਪਤੀ ਟਰੂਮੈਨ ਨੇ ਅਮਰੀਕਨ ਵਿਦੇਸ਼ ਨੀਤੀ ਦੇ ਵਿੱਚ ਇੱਕ ਬਹੁਤ ਵੱਡੀ ਚੇਂਜ ਲਿਆਂਦੀ। ਉਹਨਾਂ ਨੇ ਇਹ ਡਿਕਲੇਅਰ ਕੀਤਾ ਕਿ ਅਮਰੀਕਾ ਦੀ ਇਹ ਨੀਤੀ ਹੋਣੀ ਚਾਹੀਦੀ ਹੈ ਕਿ ਉਹਨਾਂ ਸੁਤੰਤਰ ਲੋਕਾਂ ਦਾ ਸਮਰਥਨ ਕਰੇ ਜਿਹੜੇ ਹਥਿਆਰਬੰਦ ਘੱਟ ਗਿਣਤੀਆਂ ਜਾਂ ਬਾਹਰੀ ਦਬਾਅ ਕਾਰਨ ਦੁਆਰਾ ਕੀਤੇ ਜਾਣ ਵਾਲੇ ਦਮਨ ਦਾ ਵਿਰੋਧ ਕਰ ਰਹੇ ਹਨ। ਭਾਵ ਉਹਨਾਂ ਦੀਆਂ ਜਿੱਥੇ ਕਠਪੁਤਲੀ ਸਰਕਾਰਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ ਜਾਂ ਬਾਹਰੀ ਪ੍ਰੈਸ਼ਰ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ, ਭਾਵ USSR ਦੇ ਦਬਾਅ ਕਾਰਨ ਲੋਕਾਂ ਦੇ ਸੁਤੰਤਰਤਾਵਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ, ਉਹਨਾਂ ਦੀ ਸਪੋਰਟ ਕਰਨਾ USA ਦਾ ਇੱਕ ਧਰਮ ਹੋਣਾ ਚਾਹੀਦਾ ਹੈ। USA ਦੀ ਇਹ ਨੀਤੀ ਹੋਣੀ ਚਾਹੀਦੀ ਹੈ। ਇਸ ਨੀਤੀ ਦੇ ਅਧੀਨ ਜਿਹੜੇ ਰਾਜਾਂ ਦੇ ਵਿੱਚ ਖਾਨਾ ਜੰਗੀ ਚੱਲ ਰਹੀ ਸੀ, USSR ਸਾਮਵਾਦ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਸਾਮਵਾਦ ਦੀ ਗੁਰੀਲਿਆਂ ਦੀ ਸਪੋਰਟ ਕਰ ਰਿਹਾ ਸੀ, ਸਰਕਾਰਾਂ ਵਿਰੋਧ ਕਰ ਰਹੀਆਂ ਸੀ ਜਾਂ ਲੋਕ ਵਿਰੋਧ ਕਰ ਰਹੇ ਸੀ, ਵਿਸ਼ੇਸ਼ ਕਰਕੇ ਯੂਨਾਨ ਅਤੇ ਤੁਰਕੀ। ਉਹਨਾਂ ਦੀ ਮਦਦ ਲਈ USA ਨੇ $400 ਮਿਲੀਅਨ ਅਮਰੀਕਨ ਡਾਲਰ ਦੀ ਸਹਾਇਤਾ ਪ੍ਰਦਾਨ ਕੀਤੀ। ਇਹ ਅਮਰੀਕਾ ਦੀ ਇੱਕ ਪ੍ਰਤੱਖ ਤੌਰ ਤੇ ਇਨਵੋਲਵਮੈਂਟ ਸੀ ਵਰਲਡ ਪੋਲਿਟਿਕਸ ਦੇ ਵਿੱਚ। ਇਸ ਨਾਲ ਅਮਰੀਕਾ ਦੀ ਜਿਹੜੀ ਵਿਸ਼ਵ ਪੋਲਿਟਿਕਸ ਦੇ ਵਿੱਚ ਕਿਰਿਆਸ਼ੀਲ ਭੂਮਿਕਾ ਦਾ ਰਸਮੀ ਤੌਰ ਤੇ ਅਸੀਂ ਕਹਿ ਸਕਦੇ ਹਾਂ ਆਰੰਭ ਹੋ ਗਿਆ। 6ਵਾਂ ਕਾਰਨ ਕਿਹਾ ਜਾ ਸਕਦਾ ਹੈ ਮਾਰਸ਼ਲ ਯੋਜਨਾ। ਮਾਰਸ਼ਲ ਯੋਜਨਾ ਨੇ ਵੀ ਸ਼ੀਤ ਯੁੱਧ ਨੂੰ ਸ਼ੁਰੂ ਕਰਨ ਦੇ ਵਿੱਚ ਬਹੁਤ ਭੂਮਿਕਾ ਨਿਭਾਈ। ਮਾਰਸ਼ਲ ਯੋਜਨਾ ਵੀ USA ਨੇ ਸ਼ੁਰੂ ਕੀਤੀ ਸੀ। ਇਸ ਦਾ ਆਬਜੈਕਟਿਵ ਦੱਸਿਆ ਗਿਆ ਸੀ ਕਿ ਜਿਹੜਾ ਯੂਰਪ ਦਾ ਨੁਕਸਾਨ ਹੋਇਆ ਹੈ ਦੂਸਰੇ ਵਿਸ਼ਵ ਯੁੱਧ ਦੇ ਵਿੱਚ, ਅਸੀਂ ਯੂਰਪ ਦਾ ਪੁਨਰ ਨਿਰਮਾਣ ਕਰਨਾ ਹੈ, ਰੀਕਨਸਟਰਕਟ ਕਰਨਾ ਹੈ ਯੂਰਪ ਨੂੰ। ਇਸ ਦੇ ਅਧੀਨ $12 ਬਿਲੀਅਨ ਅਮਰੀਕਨ ਡਾਲਰ ਪੱਛਮੀ ਯੂਰਪ ਦੇ ਪੁਨਰ ਨਿਰਮਾਣ ਲਈ ਦਿੱਤੇ ਗਏ। ਪੱਛਮੀ ਯੂਰਪ ਦੇ ਵਿੱਚ ਜਿਹੜੇ ਕੰਟਰੀਜ਼ ਆਉਂਦੇ ਨੇ ਜਿਵੇਂ ਯੂਨਾਈਟਿਡ ਕਿੰਗਡਮ, ਫਰਾਂਸ, ਪੱਛਮੀ ਜਰਮਨੀ, ਇਹਨਾਂ ਰਾਜਾਂ ਨੂੰ ਮੁੱਖ ਤੌਰ ਤੇ ਇਹ ਸਹਾਇਤਾ ਪ੍ਰਦਾਨ ਕੀਤੀ ਗਈ। ਸੋਵੀਅਤ ਸੰਘ ਦਾ ਕੁਝ ਹਿੱਸਾ ਯੂਰਪ ਦੇ ਵਿੱਚ ਵੀ ਪੈਂਦਾ ਹੈ, ਕੁਝ ਹਿੱਸਾ ਏਸ਼ੀਆ ਦੇ ਵਿੱਚ ਵੀ ਪੈਂਦਾ ਸੀ। ਸੋਵੀਅਤ ਸੰਘ ਨੇ ਇਸ ਯੋਜਨਾ ਦੇ ਵਿੱਚ ਭਾਗ ਲੈਣ ਤੋਂ ਇਨਕਾਰ ਕਰ ਦਿੱਤਾ, ਭਾਵ USA ਤੋਂ ਕੋਈ ਸਪੋਰਟ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਨਾਲ ਹੀ ਜਿਹੜੀ ਆਪਣੇ ਸਪੋਰਟਰ ਰਾਜ ਸੀ ਜਿੱਥੇ ਉਹਨਾਂ ਦੀ USSR ਦਾ ਪ੍ਰਭਾਵ ਸੀ, ਜਿਵੇਂ ਪੋਲੈਂਡ, ਹੰਗਰੀ, ਜਿੱਥੇ ਸਾਮਵਾਦ ਦਾ ਪਸਾਰ ਹੋ ਰਿਹਾ ਸੀ, ਜਿਹੜੀਆਂ ਸੈਟੇਲਾਈਟ ਸਟੇਟਸ ਬਣ ਚੁੱਕੀਆਂ ਸੀ, ਅੱਗੇ ਪਿੱਛੇ ਘੁੰਮਣ ਵਾਲੀਆਂ ਸਟੇਟਸ ਬਣ ਚੁੱਕੀਆਂ ਸੀ USSR ਦੀਆਂ, ਉਹਨਾਂ ਨੂੰ ਵੀ ਇਸ ਸਕੀਮ ਦੇ ਵਿੱਚ, ਇਸ ਯੋਜਨਾ ਦੇ ਵਿੱਚ ਭਾਗ ਲੈਣ ਤੋਂ ਰੋਕ ਦਿੱਤਾ। ਇਸ ਤਰ੍ਹਾਂ ਜਿਹੜੀ ਮਾਰਸ਼ਲ ਯੋਜਨਾ ਸੀ ਅਮਰੀਕਾ ਦੀ, ਉਸ ਦੇ ਵਿੱਚ ਵੀ ਵੰਡੀ ਪੈ ਗਈ। ਅਮਰੀਕਾ ਦੀ ਇਹ ਯੋਜਨਾ ਸਿਰਫ ਉਹਨਾਂ ਰਾਜਾਂ ਤੱਕ ਪਹੁੰਚੀ। ਅਮਰੀਕਾ ਦਾ ਉਦੇਸ਼ ਵੀ ਇਹੀ ਸੀ ਜਿਹੜੇ ਰਾਜ ਸਾਮਵਾਦ ਦੇ ਵਿਰੋਧੀ ਸੀ ਅਤੇ ਜਿਹੜੇ ਰਾਜ ਉਦਾਰਵਾਦ ਦੇ ਸਮਰਥਕ ਸੀ, ਪੂੰਜੀਵਾਦ ਦੇ ਸਮਰਥਕ ਸੀ। ਕਿਉਂਕਿ ਇਸ ਯੋਜਨਾ ਦਾ ਜਿਹੜਾ ਅਸਲ ਉਦੇਸ਼ ਹੈ USA ਦਾ, ਉਹ ਇਹੀ ਸੀ ਕਿ ਯੂਰਪ ਦੇ ਵਿੱਚ ਸਾਮਵਾਦ ਦੇ ਪਸਾਰ ਨੂੰ ਰੋਕਣਾ ਹੈ। ਸਾਮਵਾਦ ਦਾ ਪਸਾਰ ਆਮ ਕਰਕੇ ਜਿਹੜੇ ਕਮਜ਼ੋਰ ਮੁਲਕ ਨੇ ਉੱਥੇ ਆਸਾਨੀ ਨਾਲ ਹੋ ਜਾਂਦਾ ਸੀ। ਇਸ ਲਈ ਅਮਰੀਕਾ ਨੇ ਯੂਰਪੀਅਨ ਰਾਜਾਂ ਨੂੰ ਇੰਪਾਵਰ ਕਰਨ ਲਈ ਹੀ ਇਹ ਯੋਜਨਾ ਸ਼ੁਰੂ ਕੀਤੀ ਸੀ, ਇੰਪਾਵਰ ਕਰਨ ਲਈ USSR ਦੇ ਅਗੇਂਸਟ। 7ਵਾਂ ਕਾਰਨ ਬਣਿਆ ਸ਼ੀਤ ਯੁੱਧ ਦੇ ਆਰੰਭ ਹੋਣ ਦਾ ਪੂਰਬੀ ਯੂਰਪ ਦਾ ਸੋਵੀਅਤਕਰਨ। ਪੂਰਬੀ ਯੂਰਪ ਦੇ ਵਿੱਚ ਜਿਹੜੇ ਮੁੱਖ ਰਾਜ ਪੈਂਦੇ ਸੀ ਉਹ ਸੀ ਪੋਲੈਂਡ, ਚੈਕੋਸਲੋਵਾਕੀਆ, ਪੂਰਬੀ ਜਰਮਨੀ, ਹੰਗਰੀ, ਰੋਮਾਨੀਆ, ਬੁਲਗਾਰੀਆ। USSR ਨੇ ਨਾ ਤਾਂ ਆਪ
ਮਾਰਸ਼ਲ ਯੋਜਨਾ ਦੇ ਵਿੱਚ ਹਿੱਸਾ ਲਿਆ ਅਤੇ ਨਾ ਹੀ ਜਿਹੜੇ ਪੂਰਬੀ ਯੂਰਪ ਦੇ ਇਹ ਰਾਜ ਨੇ ਜਿਹੜੇ USSR ਦੇ ਪ੍ਰਭਾਵ ਅਧੀਨ ਸੀ ਉਹਨਾਂ ਨੂੰ ਮਾਰਸ਼ਲ ਯੋਜਨਾ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ, ਉਹਨਾਂ ਨੂੰ ਰੋਕ ਲਿਆ। ਇਸ ਤਰ੍ਹਾਂ ਪੂਰੀ ਤਰ੍ਹਾਂ ਨਾਲ ਆਪਣੇ ਪ੍ਰਭਾਵ ਦੇ ਅਧੀਨ ਕਰ ਲਿਆ USSR ਨੇ ਇਹਨਾਂ ਰਾਜਾਂ ਨੂੰ। ਅਤੇ ਜਿਸ ਤਰ੍ਹਾਂ ਦੀਆਂ ਸੰਸਥਾਵਾਂ USSR ਦੇ ਵਿੱਚ ਕੰਮ ਕਰ ਰਹੀਆਂ ਸੀ, ਜਿਵੇਂ ਉਦਾਹਰਨ ਦੇ ਤੌਰ ਤੇ ਸਾਰੀਆਂ ਸਰਕਾਰੀ ਸੰਸਥਾਵਾਂ ਦਾ, ਸਰਕਾਰੀ ਇੰਸਟੀਟਿਊਸ਼ਨ ਦਾ ਕਮਿਊਨਿਸਟ ਪਾਰਟੀ ਦੇ ਅਧੀਨ ਕੰਮ ਕਰਨਾ, ਉਸੇ ਤਰ੍ਹਾਂ ਦੀਆਂ ਸੰਸਥਾਵਾਂ USSR ਨੇ ਇਹਨਾਂ ਆਪਣੇ ਸੈਟੇਲਾਈਟ ਸਟੇਟਾਂ ਦੇ ਵਿੱਚ ਲਾਗੂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਇਸ ਤਰ੍ਹਾਂ ਪੂਰਬੀ ਯੂਰਪ ਨੂੰ ਅਸੀਂ ਕਹਿ ਸਕਦੇ ਹਾਂ ਸੋਵੀਅਤ ਸੰਘ ਨੇ ਸੋਵੀਅਤਕਰਨ ਕਰਨਾ ਸ਼ੁਰੂ ਕਰ ਦਿੱਤਾ ਸੀ, ਆਪਣੇ ਰੰਗ ਦੇ ਵਿੱਚ ਰੰਗਣਾ ਸ਼ੁਰੂ ਕਰ ਦਿੱਤਾ ਸੀ। USA ਦੁਆਰਾ ਜੋ ਸ਼ੁਰੂਆਤ ਕੀਤੀ ਗਈ ਮਾਰਸ਼ਲ ਯੋਜਨਾ ਦੀ, ਉਸ ਦੇ ਪ੍ਰਤੀਕਿਰਿਆ ਵਜੋਂ ਸੋਵੀਅਤ ਸੰਘ ਨੇ ਕੋਮੇਕੌਨ ਦੀ ਸ਼ੁਰੂਆਤ ਕੀਤੀ। ਸੋਵੀਅਤ ਸੰਘ ਨੇ ਇੱਕ ਪ੍ਰੋਗਰਾਮ ਬਣਾਇਆ ਮਾਲਟੋਵ ਯੋਜਨਾ। ਇਸ ਅਧੀਨ ਜਿਹੜੇ ਪੂਰਬੀ ਯੂਰਪ ਦੇ ਰਾਜ ਸੀ ਇਹਨਾਂ ਦੀ ਸਹਾਇਤਾ ਸ਼ੁਰੂ ਕੀਤੀ। ਇਸ ਤੋਂ ਬਿਨਾਂ ਆਪਣੀ ਇਕਨੋਮੀ ਨੂੰ ਸਟਰੋਂਗ ਕਰਨ ਲਈ, ਕਮਿਊਨਿਸਟ ਇਕਨੋਮੀ ਨੂੰ ਸਟਰੋਂਗ ਕਰਨ ਲਈ ਇਸ ਨੂੰ ਇੰਟੈਗਰੇਟ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ। ਇਹ ਇੰਟੈਗਰੇਟ ਸੀ ਕੋਮਕੌਨ ਦੇ ਤਹਿਤ। ਆਪਸੀ ਆਰਥਿਕ ਸਹਾਇਤਾ ਸਮਿਤੀ ਇੱਕ ਬਣਾਈ ਗਈ, ਕਾਉਂਸਲ ਆਫ ਮਿਊਚੁਅਲ ਇਕਨੋਮਿਕ ਅਸਿਸਟੈਂਸ, ਜਿਸ ਨੂੰ ਸ਼ਾਰਟ ਫਾਰਮ ਦੇ ਵਿੱਚ ਕੋਮਕੌਨ ਕਿਹਾ ਜਾਂਦਾ ਹੈ। ਇਸ ਦਾ ਉਦੇਸ਼ ਸੀ ਕਿ ਸਾਰੇ ਕਮਿਊਨਿਸਟ ਰਾਜਾਂ ਦੀਆਂ ਇਕਨੋਮਿਕ ਪਾਲਿਸੀਜ਼ ਇਸ ਤਰ੍ਹਾਂ ਦੀਆਂ ਹੋਣ ਕਿ ਆਪਸੀ ਲਾਭ ਵਧੇ ਅਤੇ ਕਿਸੇ ਹੋਰ ਤੀਜੀ ਧਿਰ ਨੂੰ ਲਾਭ ਨਾ ਪਹੁੰਚੇ। ਭਾਵ ਵੱਧ ਤੋਂ ਵੱਧ ਵਪਾਰ ਹੈ ਜੋ ਆਪਸ ਦੇ ਵਿੱਚ ਹੋਵੇ, ਆਪਸ ਦੇ ਵਿੱਚ ਇਹ ਆਤਮ ਨਿਰਭਰ ਹੋਣ। ਇਹਨਾਂ ਸਾਰੇ ਵਿਚਾਰਾਂ ਤੇ ਚਰਚਾ ਕਰਨ ਤੋਂ ਬਾਅਦ, ਸਾਰੇ ਕਾਰਨਾਂ ਤੇ ਚਰਚਾ ਕਰਨ ਤੋਂ ਬਾਅਦ, ਜਿਹੜੇ 1945 ਤੋਂ ਲੈ ਕੇ 1947 ਤੱਕ ਵਾਪਰੇ, ਜਿਨ੍ਹਾਂ ਕਾਰਨ ਸ਼ੀਤ ਯੁੱਧ ਅਸੀਂ ਕਹਿ ਸਕਦੇ ਹਾਂ ਆਰੰਭ ਹੋਇਆ, ਸ਼ੀਤ ਯੁੱਧ ਦੀ ਸ਼ੁਰੂਆਤ ਹੋਈ, ਅਸੀਂ ਇਸ ਸਿੱਟੇ ਤੇ ਪਹੁੰਚ ਸਕਦੇ ਹਾਂ ਕਿ ਯੁੱਧ ਖਤਮ ਹੋਣ ਤੋਂ ਤੁਰੰਤ ਬਾਅਦ ਪੂਰਬੀ ਬਲਾਕ ਅਤੇ ਪੱਛਮੀ ਬਲਾਕ ਦੇ ਵਿੱਚ ਤਰੇੜਾਂ ਸਪਸ਼ਟ ਰੂਪ ਦੇ ਵਿੱਚ ਦਿਖਾਈ ਦੇਣ ਲੱਗੀਆਂ ਸੀ। ਬੇਸ਼ੱਕ ਯੁੱਧ ਦੇ ਦੌਰਾਨ ਪੂਰਬੀ ਬਲਾਕ ਅਤੇ ਪੱਛਮੀ ਬਲਾਕ ਇਕੱਠਾ ਸੀ, ਇੱਕ ਧਿਰ ਵੱਲੋਂ ਲੜ ਰਿਹਾ ਸੀ। ਅਮਰੀਕਾ ਦਾ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਕਿਰਿਆਸ਼ੀਲ ਹੋਣਾ ਅਤੇ ਇਹ ਜ਼ਿੰਮੇਵਾਰੀ ਚੱਕਣਾ ਕਿ ਅਸੀਂ ਸਾਮਵਾਦ ਦੇ ਪਸਾਰ ਨੂੰ ਰੋਕਣਾ ਹੈ। ਦੂਜੇ ਪਾਸੇ ਸੋਵੀਅਤ ਸੰਘ ਦਾ ਸਾਮਵਾਦ ਦੇ ਪਸਾਰ ਦਾ ਬੀੜਾ ਚੁੱਕਣਾ ਅਤੇ ਸਾਮਵਾਦੀ ਰਾਜਾਂ ਵਿੱਚ ਇਕਜੁੱਟਤਾ ਕਾਇਮ ਕਰਨ ਦਾ ਯਤਨ ਕਰਨਾ, ਇਹਨਾਂ ਨੂੰ ਅਮਰੀਕਾ ਦੇ ਪ੍ਰਭਾਵ ਤੋਂ ਬਚਾ ਕੇ ਰੱਖਣਾ, ਇਹ ਦੋਵੇਂ ਵਿਚਾਰਧਾਰਾ ਦੇ ਵਖਰੇਵੇਂ ਦੀਆਂ ਨਿਸ਼ਾਨੀਆਂ ਸਨ। 1945 ਤੋਂ 47 ਤੱਕ ਦੇ ਸਮੇਂ ਦੌਰਾਨ ਸੋਵੀਅਤ ਸੰਘ ਦੀ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਨਾਲ ਜਿਹੜੀ ਯੁੱਧ ਸਮੇਂ ਦੀ ਏਕਤਾ ਸੀ ਉਹ ਬਿਲਕੁਲ ਖਤਮ ਹੋ ਗਈ। ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਜਿਹੜੀ ਏਕਤਾ ਸੀ ਉਹ ਵਿਰੋਧ ਦੇ ਵਿੱਚ ਬਦਲ ਗਈ, ਦੁਸ਼ਮਣੀ ਦੇ ਵਿੱਚ ਬਦਲ ਗਈ ਤੇ ਦੋਵੇਂ ਧਿਰਾਂ ਇੱਕ ਦੂਸਰੇ ਦੀਆਂ ਦੁਸ਼ਮਣ ਬਣ ਗਈਆਂ ਤੇ ਸ਼ੀਤ ਯੁੱਧ ਦੇ ਸ਼ੁਰੂ ਹੋਣ ਲਈ ਸਾਜ਼ਗਾਰ ਮਾਹੌਲ ਪੈਦਾ ਹੋ ਗਿਆ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।